सिंह भगवान दी जय। सो महाराज शेर सिंह विष्णु भगवान दी जय। संगत जी सच्चे पातशाह जी कोठी तो नीचे उतर रहे थे ते हेठां कोठी दे नीचे जिहड़ा कमरा हैगा उत्थे 4-5 गुरसिख हेठां कोठी दे विच जिहड़ा पौड़ियां दे नाल कमरा जेठूआ उत्थे आपस दे विच सलाह मशवरा कर रहे हैं कि जदों सच्चे पातशाह चले जाणगे तां पिछों जिहड़ा यह कारोबार कौर संभालेगा। पातशाह जी उत्तरों कोठी तो उतर के आए, जदों उन्होंने कन ला के सुनिया सारा कुछ। जदों उन्होंने दरवाजा खोलिया, अंदर जिहड़े गुरसिख सलाह कर रहे सी उन्हां दे नाल महाराज ने कहा कि तुसी सतगुर दा घात चाहुंदे हो कि कदों ये तुरे ते कदों असी इन्हां दे गद्दी ते असी बैठीए। सो हर संगत जी इसे तरह ही ਜਿਹੜੇ ਪੁਰਾਣੇ ਗੁਰਸਿੱਖ ਆ ਉਹ ਹੋ ਸਕਦਾ ਸ਼ਾयद ਜਾਣਦੇ ਹੋਣਗੇ। ਇੱਕ ਸਾਡੇ ਇਲਾਕੇ ਦੇ ਵਿੱਚ ਪਟਿਆਲੇ ਦੇ ਕੋਲ ਪਿੰਡ ਪੈਂਦਾ ਬਰਕਤਪੁਰ, ਉੱਥੇ ਦਾ ਇੱਕ ਗੁਰਸਿੱਖ ਹੈਗਾ ਸੀ, ਉਹਦਾ ਨਾਂ ਹੈਗਾ ਸੀ ਸਵਰਨ ਸਿੰਘ, ਪਰ ਕਵੀ ਸੀ ਉਹ, ਔਰ ਉਹ ਸੱਚੇ ਪਾਤਸ਼ਾਹ ਦਾ ਰਿਸ਼ਤੇਦਾਰ ਵੀ ਲੱਗਦਾ ਸੀ ਦੂਰ ਨੇੜਿਓਂ। ਉਹਨੇ 28 ਪੋਹ 6 ਸੰਮਤ 3 ਜੇਠੂਵਾਲ ਦੀ ਪਵਿੱਤਰ ਧਰਤੀ ਤੇ 26, 27 ਤੇ 28 ਪੋਹ ਦੇ ਜੋੜ ਮੇਲੇ ਤੇ ਵਿਸ਼ਵ ਧਰਮ ਸੰਮੇਲਨ ਕਰਵਾਇਆ ਸੀ। ਸਵਰਨ ਸਿੰਘ ਕਵੀ ਨੇ ਇੱਕ ਕਵਿਤਾ ਪੜ੍ਹੀ ਸੀ, ਉੱਥੇ ਉਹਨੇ ਕਿਹਾ ਸੀ ਕਿ ਜਿਸ ਸਰਾਹੀ ਦੇ ਵਿੱਚ ਤੂੰ ਪੀਨਾ ਉਸ ਸਰਾਹੀ ਦੇ ਵਿੱਚ ਉਹ ਸਾਨੂੰ ਵੀ ਪਿਆ। ਕਹਿਣ ਦਾ ਮਤਲਬ ਸੀ ਕਿ ਜਿਹੜਾ ਸ਼ਬਦ ਤੈਨੂੰ ਆਉਂਦਾ ਉਹ ਸ਼ਬਦ ਸਾਨੂੰ ਵੀ ਦੇ। ਤੇ ਉਸ ਟਾਈਮ ਸੱਚੇ ਪਾਤਸ਼ਾਹ ਜੀ ਬਹੁਤ ਨਾਰਾਜ਼ ਹੋ ਗਏ ਸੀ ਤੇ ਜਦੋਂ ਮਹਾਰਾਜ ਗਏ ਆ, ਜਦੋਂ ਮਹਾਰਾਜ ਸਾਨੂੰ ਛੱਡ ਕੇ ਗਏ ਆ 27 ਚੇਤ ਤੋਂ ਬਾਅਦ, ਉਹ ਸਾਡੇ ਘਰ ਸਾਡੇ ਆਉਂਦੇ ਹੁੰਦੇ ਸੀ ਸਵਰਨ ਸਿੰਘ, ਔਰ ਉਹ ਹੋ ਸਕਦਾ ਜਿਹੜੇ ਪੁਰਾਣੇ ਕਿਸੇ ਗੁਰਸਿੱਖ ਨੂੰ ਮਾੜਾ ਮੋਟਾ ਕੁਛ ਯਾਦ ਹੋਵੇ, ਉਹ ਅੰਗੂਠੇ ਤੇ ਨਾ ਤਵੇ ਦੀ ਕਾਲਸ ਲਾ ਕੇ ਤੇ ਸਰੋਂ ਦਾ ਤੇਲ ਲਾ ਕੇ ਜਦੋਂ ਉਹਦੇ ਵਿੱਚੋਂ ਆਪਣੀ ਸ਼ਕਲ ਦਿਖਣ ਲੱਗ ਜਾਂਦੀ ਸੀ, ਉਹਦੇ ਵਿੱਚ ਦਿਖਾਉਂਦੇ ਹੁੰਦੇ ਸੀ ਕਿ ਕੋਈ ਵੀ ਗੱਲ ਹੈਗੀ ਹੈ, ਕਹਿੰਦੇ ਹੁੰਦੇ ਸੀ ਕਿ ਕਹੋ ਮਹਾਰਾਜ ਜੀ ਮੈਨੂੰ ਆਹ ਚੀਜ਼ ਦਿਖਾਓ, ਸੱਚੇ ਪਾਤਸ਼ਾਹ ਮੈਨੂੰ ਆਹ ਚੀਜ਼ ਦਿਖਾਓ। ਉਹ ਦਿਸਦੀ ਵੀ ਸੀ, ਔਰ ਦਿਸਦੀ ਸੀ ਇੱਥੇ ਮੇਰੀ ਸਿਸਟਰ ਆਈ ਹੋਈ ਹੈ, ਭੈਣ ਆਈ ਹੋਈ ਹੈ ਮੇਰੀ, ਉਹਨੂੰ ਦਿਖਾਉਂਦਾ, ਕਿਉਂਕਿ ਜਿਹੜਾ ਬੱਚਾ 10 ਸਾਲ ਤੋਂ ਥੱਲੇ ਹੁੰਦਾ ਸੀ ਉਹਨੂੰ ਦਿਖਾਉਂਦਾ ਸੀ, ਬਾਕੀ ਵੱਡੇ ਨੂੰ ਨਹੀਂ ਸੀ ਦਿਖਾਉਂਦਾ। ਔਰ ਉਹਨੇ ਇੱਕ ਗੱਲ ਕਹੀ, ਕਿਉਂਕਿ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ, ਕੋਈ ਵੀ ਹੁੰਦੀ ਹੈ, ਹਰ ਬੰਦਾ ਆਪਣੀ ਕੋਸ਼ਿਸ਼ ਕਰਦਾ ਮੇਰੀ ਮਸਲਾ ਇੱਥੇ ਹੱਲ ਹੋ ਜਾਵੇ। ਤੇ ਸਾਡੀ ਬੀਬੀ ਨੇ ਸਾਡੇ ਆਂਢ ਗੁਆਂਢ ਤੋਂ 2-4 ਲੇਡੀ ਨੂੰ ਦੱਸਣਾ ਵੀ ਇਸ ਤਰ੍ਹਾਂ ਕਰਕੇ ਇਹ ਦੱਸ ਦਿੰਦੇ ਆ ਵੀ ਕਿਸੇ ਨੂੰ ਕੋਈ ਗੱਲ ਪੁੱਛਣੀ ਤਾਂ ਪੁੱਛ ਸਕਦੇ। ਹਰ ਸੰਗਤ ਜੀ ਉਹਨੇ ਇੱਕ ਗੱਲ ਕਹੀ ਕਿ ਜੋ ਸ਼ਬਦ ਮੇਰੇ ਕੋਲ ਹੈ ਉਹ ਸਤਿਗੁਰ ਨਾਲੋਂ ਵੀ ਵੱਡਾ ਹੈ, ਮੇਰੇ ਸੱਚੇ ਪਾਤਸ਼ਾਹ ਨਾਲ, ਉਹ ਵੀ ਉਹਨਾਂ ਨਾਲ ਵੀ ਤਾਕਤ ਵੱਡੀ ਹੈ। ਹਰ ਸੰਗਤ ਜੀ ਕੋਈ ਵੀ ਜਿਹੜਾ ਮੇਰੇ ਸਤਿਗੁਰ ਤੋਂ ਉੱਪਰ ਨੂੰ ਉੱਠ ਕੇ ਕਹੂਗਾ ਉਹ ਸਾਡਾ ਕੁਛ ਨਹੀਂ ਲੱਗਦਾ। ਜਿਹੜਾ ਮੇਰੇ ਸਾਡੇ ਸਾਹਮਣੇ ਸਾਡੇ ਸਤਿਗੁਰ ਨੂੰ ਨੀਵਾਂ ਦਿਖਾਏਗਾ ਉਹ ਸਾਡਾ ਕੁਛ ਨਹੀਂ ਲੱਗਦਾ। ਉਸ ਤੋਂ ਬਾਅਦ ਸਾਡੀ ਬੀਬੀ ਨੇ ਉਹਨੂੰ ਕਹਿਤਾ ਵੀ ਅੱਜ ਤੋਂ ਬਾਅਦ ਸਾਡੇ ਕਰਨਾ। ਸੋ ਹਰ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ, ਆਪਾਂ ਨੀਵੇਂ ਹੋ ਕੇ ਜਾਣਾ, ਉੱਥੇ ਉੱਚੇ ਹੋ ਕੇ ਜਾਣਾ ਹੈਗਾ। ਸੋ ਇਹ ਜੋ ਬਾਣੀ ਹੈ ਇਹ ਧਰਮ ਸੰਮੇਲਨ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਹੀ ਸੀ। ਜਦੋਂ
ਉਹਨੇ ਇਹ ਬਚਨ ਕਰੇ ਸੀ, ਸੱਚੇ ਪਾਤਸ਼ਾਹ ਨੇ ਨਾਰਾਜ਼ ਹੋ ਕੇ ਇਹ ਬਚਨ ਕਹੇ। ਔਰ ਬਾਣੀ ਦੇ ਵਿੱਚ ਲਿਖਿਆ, ਜੇ ਕੋਈ ਕਹੇ ਮੈਂ ਵੀ ਇਹੋ ਜੀ ਪੀ ਕੇ ਇਹੋ ਜਿਹਾ ਬਣ ਕੇ ਦੱਸਾਂ, ਇਹੋ ਜੀ ਪੀ ਕੇ ਇਹੋ ਜਿਹਾ ਬਣ ਕੇ ਦੱਸਾਂ, ਇਹ ਵਾਸਤਾ ਹੱਥ ਕਿਸੇ ਹਰ ਸੰਗਤ ਜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੋਂ ਉੱਚਾ ਕੋਈ ਨਹੀਂ, ਨਾ ਉਹਦੀ ਕੋਈ ਰੀਸ ਕਰ ਸਕਦਾ, ਨਾ ਕੋਈ ਕਰੇਗਾ। ਸੋ ਬਾਣੀ ਦੇ ਸੱਚੇ ਪਾਤਸ਼ਾਹ ਨੇ ਲਿਖਿਆ, ਜਦੋਂ ਉਹਨਾਂ ਨੇ ਇਹ ਬਚਨ ਕਰੇ, ਮਹਾਰਾਜ ਨੇ ਬਾਣੀ ਲਿਖਾਈ। ਬਾਣੀ ਕਾਫੀ ਲੰਬੀ ਹੈਗੀ ਹੈ, ਘੱਟੋ ਘੱਟ 20 ਪੇਜਾਂ ਦੀ ਬਾਣੀ ਹੈ। ਜਾਮ ਪਿਆਲਾ ਪੀਣ ਨੂੰ ਸਾਰੇ ਲਵਰੇਜ, ਬੁੱਲਾਂ ਉੱਤੇ ਜਵਾਨ ਫਰਾਈਆ, ਸਾਰੇ ਕਹਿੰਦੇ ਅੰਦਰੇ ਅੰਦਰ ਸਾਨੂੰ ਵੀ ਮਿਲ ਜਾਏ ਜੋਤ ਦਾ ਤੇਜ, ਅਸੀਂ ਵੀ ਆਕੜ ਕੇ ਬਹਿ ਕੇ ਆਪਣੀ ਖੁਸ਼ੀ ਬਣਾਈ ਆ, ਬਹੁਤੇ ਕਹਿੰਦੇ ਜੇ ਪੂਰਨ ਦੀ ਥਾਂ ਸਾਨੂੰ ਦਿੰਦਾ ਭੇਜ, ਸਾਨੂੰ ਵੀ ਭਜਨ ਬੰਦਗੀ ਦੀ ਲੋੜ ਰਹਿੰਦੀ ਨਾ ਰਾਈਆ, ਪਤਾ ਨਹੀਂ ਪੂਰਨ ਕਿਸ ਦੀ, ਪਤਾ ਨਹੀਂ ਪੂਰਨ ਦੀ ਕਿਸ ਮਾਨ ਦਾ ਛੇਜ, ਪੂਰਨ ਪੂਰਨ ਵਿੱਚ ਸਮਾਈਆ, ਜੇ ਪੂਰਨ ਹੁੰਦਾ, ਜੇ ਪੂਰਨ ਨਾ ਹੁੰਦਾ ਖੌਰੇ, ਸੁਰਾਹੀ ਪਿਆਲੇ ਨੂੰ ਲੁੱਟ ਕੇ ਸਾਰੇ ਆਉਂਦੇ ਵੇਚ, ਕੀਮਤ ਟਕਿਆਂ ਵਾਲੀ ਪਾਈ ਆ, ਪਰ ਇਹੋ ਦੁੱਖ ਜਿਹੜਾ ਅੰਦਰ ਵੜ ਕੇ ਮਾਰੇ ਪੇਚ, ਪੇਚੇ ਵਿੱਚ ਆਇਆ ਨਿਕਲ ਕੋਈ ਨਾ ਜਾਈਆ, ਬਜਰ ਕਪਾਟੀ ਵਿੱਚ ਕਰਕੇ ਛੇਕ, ਸੁਰਾਹੀ ਅੰਦਰੋਂ ਦੇ ਉਲਟਾਈਆ, ਜਿਸਦਾ ਹੌਲੀ ਹੌਲੀ ਸਾਰੇ ਸਰੀਰ ਵਿੱਚ ਚੜ ਜਾਏ ਰੇਜ, ਨਾੜੀ ਨਾੜੀ ਵਿੱਚ ਸਮਾਈਆ, ਪ੍ਰਭੂ ਦਾ ਪੈਮਾਨਾ ਕੋਈ ਨਾਪਣ ਵਾਲੀ ਲੋਹਾਰਾਂ ਦੀ ਗੇਜ, 1 2 3 4 5 ਨੰਬਰ ਨਾ ਕੋਈ ਲਗਾਈ ਆ, ਉਹ ਸੁਰਾਹੀ ਕੋਈ ਦਾਲ ਵਾਲੀ ਨਹੀਂ ਦੇਗ, ਜੇ ਦੀ ਮਰਜ਼ੀ ਕੜਛਾ ਭਰ ਕੇ ਭੱਜੇ ਬਾਹੂ ਦਾਈਆ। ਇਹ ਸਤਿਗੁਰ ਸ਼ਬਦ ਹੈ, ਇਹਨੂੰ ਕੋਈ ਹਰੇਕ ਕੋਈ ਇਹ ਨਹੀਂ ਹੈਗਾ ਕੋਈ ਕੜਛੀ ਭਰ ਕੇ ਕੋਈ ਉਧਰ ਪਾ ਦੂਗਾ ਕੋਈ ਉਧਰ ਪਾ ਦੂਗਾ, ਇਹ ਸਤਿਗੁਰ ਦੇ ਹੱਥ ਆ, ਹੋਰ ਕਿਸੇ ਦੇ ਹੱਥ ਨਹੀਂ। ਜਿੰਨਾ ਚਿਰ ਇੱਕ ਦੀ ਨਾ ਹੋਵੇ ਟੇਕ, ਬੁੱਧੀ ਨਾ ਹੋਵੇ ਵਿਵੇਕ, ਕੂੜਾ ਰਹੇ ਨਾ ਭੇਖ, ਬਸੇ ਨਾ ਉਸ ਦੇ ਉਸ ਦੇਸ਼, ਜਿੱਥੇ ਮਾਲਕ ਇੱਕ ਨਰੇਸ਼, ਨਰਾਂ ਦਾ ਨਰੈਣ ਨਜ਼ਰੀ ਆਈ ਆ, ਭਾਵੇਂ ਕੋਈ ਬੁੱਕਲ ਮਾਰੇ ਪੂਰੇ ਦੀ, ਭਾਵੇਂ ਕੋਈ ਉੱਪਰ ਤਾਣੇ ਖੇਸ, ਬੇਰਵਾ ਕਰੇ ਨਾ ਕੋਈ ਗੁਰੂ ਦਸ ਦਸਮੇਸ਼, ਜੋ ਆਦ ਜੁਗਾਦ ਰਹੇ ਹਮੇਸ਼, ਹਮ ਸਾਜਣ ਹੋ ਕੇ ਚੱਟ ਲੰਘਾਈਆ, ਜੇ ਪਿਆਲੇ ਪੀਣ ਵਾਸਤੇ ਹੋਏ ਪੇਸ਼, ਪੇਸ਼ਤਰ ਪੀਣ ਤੋਂ ਪਹਿਲਾਂ ਦੇ ਸਿਖਾਈਆ, ਸਦਾ ਮੁਹੱਬਤ ਵਿੱਚ ਰਹੋ ਹਮੇਸ਼, ਪ੍ਰੀਤੀ ਪ੍ਰੀਤਮ ਨਾਲ ਵਧਾਈਆ, ਜੋਤੀ ਜੋ ਸੂ ਭਰਿਆ ਆਪਣੀ ਕਿਰਪਾ ਕਰ ਮਿਹਰ ਨਜ਼ਰੀ ਉਠਾਈਆ, ਕਿ ਪੀਣ ਵਾਲਾ ਹੋਰ ਵੀ ਕੋਈ ਸਾਕੀ, ਇਸ਼ਾਰਾ ਉਂਗਲ ਨਾਲ ਕਰਾਈਆ, ਇਹ ਸਾਰੀ ਗੱਲ ਇਨਾ ਆਖੀ, ਜਿਹੜੇ ਪੱਲੂ ਰਹੇ ਛੜਾਈਆ, ਆਪੋ ਆਪਣੀ ਸਾਫ਼ ਕਰਕੇ ਵਿਖਾਵੋ ਬਾਟੀ, ਬਾਟੀ ਕੀ ਹੈ? ਆਤਮਾ। ਆਪੋ ਆਪਣੀ ਸਾਫ਼ ਕਰਕੇ ਵਿਖਾਓ ਬਾਟੀ, ਫਿਰ ਸਹਿਜ ਦਿਆਂ ਉਲਟਾਈਆ, ਜੇ ਬਾਟੀ ਨਹੀਂ ਇੱਕੋ ਮੰਨੋ ਆਖੀ,
ਪਿਆਲਾ ਪੀਣ ਦੀ ਲੋੜ ਰਹੇ ਨਾ ਰਾਈਆ, ਤੁਹਾਡਾ ਕੋਈ ਭੁੱਲਣ ਵਾਲਾ ਨਹੀਂ ਸਾਕੀ, ਕਿ ਸਵਰਨ ਦਾ ਪਿਆਲਾ ਦੂਜੇ ਦੇ ਮੂੰਹ ਨੂੰ ਲਾਈਆ, ਇਹ ਖੇਲ ਪੁਰਖ ਅਵਿਨਾਸ਼ੀ, ਹਰ ਕਰਤਾ ਆਪ ਪੁਰਾਈਆ, ਤੁਹਾਡੇ ਅੰਦਰ ਆਤਮਾ ਦਾ ਵਾਸੀ, ਪ੍ਰਕਾਸ਼ ਨੂਰੇ ਲਾਈਆ, ਜਨ ਭਗਤੋ ਪੀਣ ਦੀ ਲੋੜ ਰਹੇ ਨਾ ਬਾਕੀ, 1-2-3 ਸਾਲਾਂ ਵਿੱਚ ਸਾਰੇ ਦੇ ਰਜਾਈਆ, ਜੇ ਬਹੁਤੇ ਰਜਾ ਦਿੱਤੇ ਤੁਸਾਂ ਆਪਣੀ ਭੁੱਲ ਜਾਣੀ, ਮਾਈ ਤਾਈ ਤੇ ਚਾਚੀ, ਨਾਰੀ ਕੰਤ ਤੇ ਨਾਰੀ ਕੰਤ, ਨਾਰੀ ਇੱਕ ਦੂਜੇ ਨੂੰ ਤਜ ਕੇ ਗਲਵਕੜੀ ਮੇਰੇ ਨਾਲ ਪਾਈ ਆ, ਥੋੜੇ ਸਮੇਂ ਨੂੰ ਦਰਸ਼ਨ ਕਰਨੇ ਕਰਕੇ ਤਾਰਨੇ ਪਾਪੀ, ਜੋ ਦਰ ਆਇਆ ਜੋਤ ਜਗਾ ਕੇ ਕਰ ਨੂੰ ਜਾਈਆ, ਇਸ ਦਾ ਲੇਖਾ ਲਿਖ ਦੇਵਾਂ ਇਸ ਵਿਸਾਖੀ, ਵਸਾ ਕੇ ਸਭ ਨੂੰ ਲੈਣਾ ਢਾਈਆ, ਇੱਕ ਪੰਡਤ ਰੋਂਦਾ ਵਿੱਚ ਕਾਸ਼ੀ, 2 ਕਸ਼ਮੀਰ ਵਿੱਚ ਕੁਰਲਾਈਆ, ਸ੍ਰਿਸ਼ਟ ਸਵਾਈ ਕੂੜੀ ਕਿਰਿਆ ਸਾਚੀ, ਮੱਖਣ ਹਰਜਨ ਬਾਰ ਕਢਾਈਆ, ਪ੍ਰਭ ਦੀ ਮੋਹਰ ਜਨ ਭਗਤੋ ਹੋਰ ਕਿਸੇ ਨਹੀਂ ਛਾਪੀ, ਗੁਰ ਅਵਤਾਰ ਪੈਗੰਬਰਾਂ ਹੱਥ ਨਾ ਕਦੇ ਫੜਾਈਆ, ਸਦਾ ਸੱਚਖੰਡ ਦੁਆਰ ਰਹੇ ਟਾਂਪੀ, ਢਾਂਚਿਆਂ ਵਿੱਚ ਵੰਦਨਾ ਕਦੇ ਕਰਾਈਆ, ਜੋਤੀ ਜੋਰ ਸੂ ਪਰਿਆ ਆਪਣੀ ਕਿਰਪਾ ਕਰ, ਸੱਚ ਖਮਾਰੀ ਦੇ ਚੜਾਈਆ। ਸੰਗਤ ਜੀ, ਲੇਖ ਬਹੁਤ ਲੰਬਾ ਹੈ ਪਰ ਮੇਰਾ ਸਮਾਂ ਹੋ ਗਿਆ, ਇਸ ਕਰਕੇ ਮੈਂ ਅੱਗੇ ਨਹੀਂ ਜਾ ਸਕਦਾ। ਸੰਗਤ ਜੀ, ਸੱਚੇ ਪਾਤਸ਼ਾਹ ਨੇ ਕਿਹਾ ਮਹਾਰਾਜ ਨੇ ਕਿਹਾ ਕਿ ਪੜੇ ਸੁਣੇ ਜੋ ਮਨ ਮੇ ਧਰੇ। ਸੰਗਤ ਜੀ, ਗੱਲਾਂ ਸਿਰਫ 3 ਹੈ, ਪੜੇ ਸੁਣੇ ਜੋ ਮਨ ਮੇ ਧਰੇ। ਆਪਾਂ ਪੜ੍ਹ ਕੇ ਵਿਚਾਰ ਕੇ ਉਤੇ ਅਮਲ ਕਰਨਾ। ਔਰ ਸੱਚੇ ਪਾਤਸ਼ਾਹ ਨੇ ਬਾਣੀ ਬਹੁਤ ਸਪਸ਼ਟ ਲਿਖਿਆ, ਪੜੇ ਸੁਣੇ ਜੋ ਮਨ ਮੇ ਧਰੇ, ਗਰਭ ਜੂਨ ਮੇ ਕਦੇ ਨਾ ਪੜੇ, ਜਿਨ ਵਿਚਾਰਿਆ ਪ੍ਰਭ ਨਿਸਤਾਰਿਆ, ਕਰ ਕਿਰਪਾ ਪ੍ਰਭ ਪਾਰ। ਸੰਗਤ ਜੀ, ਲਾਸਟ ਇੱਕ ਲਾਈਨ ਬੋਲਣੀ ਹੈ। ਆਪਾਂ ਬਹੁਤਿਆਂ ਨੂੰ ਸੁਧਾਰਨ ਨਾਲੋਂ ਆਪਣੇ ਆਪ ਨੂੰ ਸੁਧਾਰ ਲਈਏ, ਨਹੀਂ ਬਹੁਤ ਹੈ। ਮਹਾਰਾਜ ਨੇ ਲਿਖਿਆ, ਆਪ ਉਧਰੋ ਆਪਣੀ ਕੁਲ ਉਧਾਰੋ, ਸ਼ਬਦ ਮੇਰਾ ਮਨ ਵਿਚਾਰੋ, ਗੁਰਸਿੱਖ ਜੋ ਗੁਰੂ ਪਛਾਣੇ, ਗੁਰਸਿੱਖ ਜੋ ਚੱਲੇ ਗੁਰ ਕੇ ਪਾਣੇ। ਸਾਡੇ ਗੁਰੂ ਦਾ ਭਾਣਾ ਕੀ ਆ, ਉਹਦਾ ਹੁਕਮ ਹੈ, ਹੁਕਮ ਕੀ ਆ, ਉਹਦੀ ਬਾਣੀ। ਸੋ ਸੰਗਤ ਜੀ,